ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਪੋਸਟਾਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਮਹਾਰਿਸ਼ੀ ਵੇਦ ਵਿਆਸ ਆਊਟਸੋਰਸਿੰਗ ਟੀਚਰਸ ਰਿਕਰੂਟਮੈਂਟ ਏਜੰਸੀ ਦੇ ਵੱਲੋਂ। ਜੀ ਹਾਂ, ਜੋ ਇਹ ਏਜੰਸੀ ਹੈ ਇਹ ਮਿਨਿਸਟਰੀ ਆਫ HRD ਵੱਲੋਂ ਬਕਾਇਦਾ ਰਜਿਸਟਰਡ ਹੈ। ਤਾਂ ਇਹਨਾਂ ਵੱਲੋਂ ਵੱਖ-ਵੱਖ ਜੋ ਟੀਚਿੰਗ ਔਰ ਨੋਨ ਟੀਚਿੰਗ ਪੋਸਟ ਹਨ ਉਹਨਾਂ ਨੂੰ ਜਾਰੀ ਕੀਤਾ ਗਿਆ ਹੈ। ਤਾਂ ਅੱਜ ਉਸ ਨੋਟਿਸ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ, ਨੋਟੀਫਿਕੇਸ਼ਨ ਫॉर द ਰਿਕਰੂਟਮੈਂਟ ਆਫ CBSE ਟੀਚਿੰਗ ਪੋਸਟ ਐਂਡ ਨੋਨ ਟੀਚਿੰਗ ਪੋਸਟ ਇਨ ਸੈਂਟਰਲ ਗਵਰਨਮੈਂਟ ਏਡਡ PPP ਮੋਡਲ ਸਕੂਲਸ ਔਨ ਕੰਟਰੈਕਟ ਬੇਸਿਸ। ਤਾਂ ਜੀ ਸੈਂਟਰ ਦੇ ਜੋ PPP ਭਾਵ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅਧੀਨ ਜੋ ਮੋਡਲ ਸਕੂਲ ਖੁੱਲ੍ਹੇ ਹਨ ਉਹਨਾਂ ਦੇ ਵਿੱਚ ਕੰਟਰੈਕਟ ਦੇ ਆਧਾਰ 'ਤੇ ਜੋ ਸਟਾਫ ਦੀ ਜੋ ਰਿਕਰੂਟਮੈਂਟ ਆ ਉਹ ਕੀਤੀ ਜਾਣੀ ਹੈ। ਤਾਂ ਜੇਕਰ ਅਸੀਂ ਇਸ ਦੀਆਂ ਇੰਪੋਰਟੈਂਟ ਡੇਟਸ ਵੱਲ ਝਾਤੀ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਮੈਂਸਮੈਂਟ ਆਫ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨਸ 4 ਮਾਰਚ 2023। ਤਾਂ 4 ਮਾਰਚ 2023 ਤੋਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਲਾਸਟ ਡੇਟ ਫॉर ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਹੈ ਜੀ 19 ਮਾਰਚ 2023। ਮੈਰਿਟ ਲਿਸਟ ਜੋ ਆਏਗੀ ਉਹ ਆਏਗੀ 30 ਮਾਰਚ 2023 ਨੂੰ। ਆਨਲਾਈਨ ਡਾਊਨਲੋਡ ਆਫ ਅਪਾਇੰਟਮੈਂਟ ਲੈਟਰਸ, ਤੁਸੀਂ ਆਪਣੇ ਜੋ ਅਪਾਇੰਟਮੈਂਟ ਲੈਟਰਸ ਹਨ ਕਿਹੜੀ ਮਿਤੀ ਤੋਂ ਡਾਊਨਲੋਡ ਕਰ ਸਕਦੇ ਹੋ, ਉਹ ਹੈ ਜੀ 15 ਅਪ੍ਰੈਲ 2023। ਰਿਪੋਰਟਿੰਗ ਟੂ ਦਾ ਅਲੋਟਡ ਏਡਡ ਸਕੂਲਸ, ਜੋ ਤੁਹਾਨੂੰ ਸਕੂਲ ਅਲੋਟ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਕਦੋਂ ਰਿਪੋਰਟ ਕਰਨੀ ਹੈ, 2 ਮਈ 2023 ਨੂੰ। 315 ਏਡਡ ਸਕੂਲਸ ਆਰ ਫੰਕਸ਼ਨਿੰਗ ਇਨ ਪੰਜਾਬ ਸਟੇਟ ਵਿਚ ਆਰ ਫੰਡਡ ਬਾਈ ਗਵਰਨਮੈਂਟ ਆਫ ਇੰਡੀਆ। ਟੋਟਲ ਜੋ 315 ਸਕੂਲ ਹਨ ਜੋ ਕਿ ਪੰਜਾਬ ਦੇ ਵਿੱਚ ਇਸ ਸਕੀਮ ਦੇ ਅਧੀਨ ਚੱਲ ਰਹੇ ਹਨ। ਇਟ ਹੈਜ਼ ਬੀਨ ਡਿਸਾਈਡਡ ਟੂ ਇੰਗੇਜ ਕੰਟਰੈਕਚੁਅਲ ਟੀਚਰਸ ਟੂ ਟੀਚ CBSE ਸਿਲੇਬਸ ਇਨ ਏਡਡ ਸਕੂਲਸ ਔਨ ਕੰਟਰੈਕਟ ਬੇਸਿਸ। ਤਾਂ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ CBSE ਸਿਲੇਬਸ ਨੂੰ ਪੜ੍ਹਾਉਣ ਦੇ ਲਈ ਕੰਟਰੈਕਟ ਦੇ ਆਧਾਰ 'ਤੇ ਜੋ ਟੀਚਰਸ ਦੀ ਭਰਤੀ ਕੀਤੀ ਜਾਵੇ। ਦ ਐਪਲੀਕੇਸ਼ਨਸ ਵਿਲ ਬੀ ਰਿਸੀਵਡ ਥਰੂ ਆਨਲਾਈਨ ਓਨਲੀ ਫਰੋਮ 4 ਮਾਰਚ 2023 ਟੂ 19 ਮਾਰਚ 2023। ਤਾਂ 4 ਮਾਰਚ 2023 ਤੋਂ 19 ਮਾਰਚ 2023 ਤੱਕ ਸਿਰਫ ਤੇ ਸਿਰਫ ਆਨਲਾਈਨ ਮੈਥਡ ਦੇ ਰਾਹੀਂ ਜੋ ਅਰਜ਼ੀਆਂ ਉਹ ਮੰਗੀਆਂ ਗਈਆਂ ਹਨ। ਐਪਲੀਕੇਸ਼ਨਸ ਹੈਵ ਟੂ ਬੀ ਸਬਮਿਟਡ ਆਨਲਾਈਨ ਇਨ ਦਾ ਨਿਊ ਰਿਕਰੂਟਮੈਂਟ ਪੋਰਟਲ www.tsvc.in। ਤਾਂ ਇਸ ਪੋਰਟਲ ਰਾਹੀਂ ਤੁਸੀਂ ਇਹਨਾਂ ਪੋਸਟਾਂ ਦੇ ਅਪਲਾਈ ਕਰ ਸਕਦੇ ਹੋ। ਤਾਂ ਹੁਣ ਜੋ ਕੁਝ ਹੋਰ ਇੰਪੋਰਟੈਂਟ ਪੁਆਇੰਟਸ ਹਨ ਉਹ ਤੁਹਾਨੂੰ ਨਾਲ ਡਿਸਕਸ ਕਰਾਂਗੇ। ਕੈਂਡੀਡੇਟ ਹੈਜ਼ ਟੂ ਪੇ ਰਜਿਸਟ੍ਰੇਸ਼ਨ ਐਂਡ ਪ੍ਰੋਸੈਸਿੰਗ ਫੀਸ ਆਫ ₹500। ਜੋ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਜੋ ਰਜਿਸਟ੍ਰੇਸ਼ਨ ਔਰ ਪ੍ਰੋਸੈਸਿੰਗ ਫੀਸ ਹੈ ₹500 ਉਹ ਅਦਾ ਕਰਨੀ ਹੋਏਗੀ। ਕੈਂਡੀਡੇਟਸ ਹੂ ਵਿਸ਼ ਟੂ ਅਪਲਾਈ ਮੋਰ ਦੈਨ 1 ਪੋਸਟ ਨੀਡ ਟੂ ਸਬਮਿਟ ਸੈਪਰੇਟ ਐਪਲੀਕੇਸ਼ਨ ਫਾਰਮ ਅਲੋਂਗ ਵਿਦ ਫੀਸ ਐਂਡ ਨਿਊ ਈਮੇਲ ID। ਜੋ ਕੈਂਡੀਡੇਟ ਇੱਕ ਤੋਂ ਵੱਧ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਲੱਗ ਤੋਂ ਹਰੇਕ ਪੋਸਟ ਦੇ ਲਈ ਅਲੱਗ-ਅਲੱਗ ਫੀਸ ਭਰਨੀ ਪਏਗੀ ਔਰ ਇੱਕ ਅਲੱਗ ਤੋਂ ਜੋ ਈਮੇਲ ID ਹੈ ਉਹ ਪ੍ਰੋਵਾਈਡ ਕਰਨੀ ਪਏਗੀ। Selection will be made as per the merit list based on the highest marks obtained in qualifying examination. For subject teachers, marks obtained in degree 50% weightage, marks obtained in B.Ed 50% weightage. Merit list for lower division clerk post merit list is based upon marks obtained in 12th examination, and for office attendant post merit list is based upon marks obtained in 10th examination। ਤਾਂ ਬਿਲਕੁਲ ਸਪਸ਼ਟ ਦਿੱਤਾ ਗਿਆ ਹੈ ਇਹਦੇ 'ਚ ਕਿ ਜੋ ਟੀਚਿੰਗ ਜੋ ਪੋਸਟ ਹਨ ਉਹਨਾਂ ਦੇ ਲਈ ਜੋ ਮੈਰਿਟ ਹੈ ਉਹ BA ਔਰ B.Ed ਦੇ ਅੰਕਾਂ ਨੂੰ 50% ਵੇਟੇਜ ਦੇ ਕੇ ਜੋ ਮੈਰਿਟ ਲਿਸਟ ਤਿਆਰ ਕੀਤੀ ਜਾਏਗੀ। ਅਗਰ ਅਸੀਂ ਗੱਲ ਕਰਦੇ ਹਾਂ ਲੋਅਰ ਡਿਵੀਜ਼ਨ ਕਲਰਕ ਦੀ ਤਾਂ ਉਸ ਦੇ ਜੋ +2 ਦੇ ਜੋ ਐਗਜ਼ਾਮ ਦੇ ਜੋ ਮਾਰਕਸ ਹਨ ਉਹਨਾਂ ਨੂੰ ਜੋ ਵੇਟੇਜ ਦਿੱਤੀ ਜਾਏਗੀ। ਔਰ ਆਫਿਸ ਸਟੈਂਡਰਡ ਦੇ ਲਈ ਜੋ ਕੈਂਡੀਡੇਟ ਹੋਏਗਾ ਉਸਦੇ 10ਵੀਂ ਦੇ ਜੋ ਮਾਰਕਸ ਆ ਉਹ ਦੇਖੇ ਜਾਣਗੇ। ਦਿਸ ਸ਼ੈਲ ਬੀ ਸਬਜੈਕਟ ਟੂ ਫਿਲਫਿਲਿੰਗ ਆਫ ਆਲ ਐਲੀਜੀਬਿਲਿਟੀ ਕ੍ਰਾਈਟੇਰੀਆ ਐਜ਼ ਪਰ ਦਾ ਰੂਲਸ। ਔਰ ਇਸ ਦੇ ਨਾਲ ਇਹ ਵੀ ਹੈ ਕਿ ਜੋ ਕੈਂਡੀਡੇਟ ਹੈ ਉਹ ਐਲੀਜੀਬਿਲਿਟੀ ਜੋ ਕ੍ਰਾਈਟੇਰੀਆ ਹੈ ਉਸ ਨੂੰ ਪੂਰਾ ਕਰਦਾ ਹੋਣਾ ਜ਼ਰੂਰੀ ਹੈ। ਸਿਲੈਕਟਡ ਕੈਂਡੀਡੇਟਸ ਹੈਵ ਟੂ ਬੀ ਰੈਡੀ ਟੂ ਵਰਕ ਇਨ ਏਡਡ ਸਕੂਲਸ ਅਲੋਟਡ ਐਨੀਵੇਅਰ ਇਨ ਪੰਜਾਬ ਸਟੇਟ। ਤਾਂ ਇਸ ਦੇ ਵਿੱਚ ਇਹ ਵੀ ਸਪਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਜੋ ਵੀ ਕੈਂਡੀਡੇਟ ਸਿਲੈਕਟ ਹੁੰਦੇ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਵੀ ਸਕੂਲ ਦੇ ਵਿੱਚ ਜਿੱਥੇ ਵੀ ਜੋ PPP ਮੋਡ ਅਧੀਨ ਸਕੂਲ ਚੱਲ ਰਿਹਾ ਹੈ ਤਾਂ ਉੱਥੇ ਉਹਨਾਂ ਨੂੰ ਜੋ ਸਿਲੈਕਸ਼ਨ ਦੇ ਲਈ ਉਹਨਾਂ ਨੂੰ ਜੋ ਸਟੇਸ਼ਨ ਹੈ ਜੋ ਅਲੋਟ ਕੀਤਾ ਜਾ ਸਕਦਾ ਹੈ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਸਬਜੈਕਟ ਵਾਈਜ਼ ਟੀਚਰਸ ਦੀ ਕਿ ਕੀ ਉਹਨਾਂ ਦੀ ਜੋ ਨੰਬਰ ਆਫ ਵੈਕੈਂਸੀਜ਼ ਹਨ ਔਰ ਕੀ ਉਹਨਾਂ ਦੇ ਲਈ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ, ਕੀ ਏਜ ਲਿਮਿਟ ਰੱਖੀ ਗਈ ਹੈ ਔਰ ਕਿੰਨੀ ਜੋ ਇਸ ਦੇ ਲਈ ਸੈਲਰੀ ਦਿੱਤੀ ਜਾਏਗੀ। ਤਾਂ ਸਭ ਤੋਂ ਅਸੀਂ ਪਹਿਲਾਂ ਗੱਲ ਕਰਦੇ ਹਾਂ ਜੀ ਹਿੰਦੀ ਟੀਚਰਸ ਦੇ ਲਈ। ਹਿੰਦੀ ਟੀਚਰਸ ਦੀ ਅਸੀਂ ਗੱਲ ਕਰੀਏ ਤਾਂ ਜੋ ਨੰਬਰ ਆਫ ਵੈਕੈਂਸੀਜ਼ ਹਨ ਉਹ ਹਨ ਜੀ 315। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੈਚਲਰ ਡਿਗਰੀ ਵਿਦ ਹਿੰਦੀ ਐਜ਼ ਸਬਜੈਕਟ ਇਨ ਆਲ 3 years with B.Ed ਹਿੰਦੀ a Pandit course or equivalent degree from a recognized university and pass in the teacher eligibility test paper 2।
ਤਾਂ ਇਸ ਦੇ ਵਿੱਚ ਲਿਖਿਆ ਹੈ ਕਿ BA BEd ਹੋਣਾ ਚਾਹੀਦਾ ਹੈ, ਜਿਹਦੇ ਵਿੱਚ BA ਦੇ ਵਿੱਚ ਵੀ ਹਿੰਦੀ ਹੋਣੀ ਲਾਜ਼ਮੀ ਹੈ ਔਰ BEd ਦੇ ਸਬਜੈਕਟ ਕੰਬੀਨੇਸ਼ਨ ਦੇ ਵਿੱਚ ਵੀ ਹਿੰਦੀ ਹੋਣੀ ਲਾਜ਼ਮੀ ਹੈ। ਔਰ ਇਸ ਦੇ ਨਾਲ ਹੀ ਜੋ ਟੀਚਰ ਐਲੀਜੀਬਿਲਿਟੀ ਟੈਸਟ ਹੈ ਉਸ ਦਾ ਪੇਪਰ ਜੋ ਦੂਸਰਾ ਹੈ ਉਹ ਪਾਸ ਕੀਤਾ ਹੋਣਾ ਲਾਜ਼ਮੀ ਹੈ। ਏਜ ਲਿਮਿਟ ਦੀ ਗੱਲ ਕਰੀ ਤਾਂ 18 ਤੋਂ 40 ਸਾਲ ਦੀ ਉਮਰ ਦੱਸੀ ਗਈ ਹੈ ਔਰ ਜੋ 5 ਸਾਲਾਂ ਦੀ ਜੋ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਉਹ ਹੈ ਜੀ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ। ਸੈਲਰੀ ਦੀ ਗੱਲ ਕਰੀਏ ਤਾਂ 35,000 ਰੁਪਏ ਜੋ ਉੱਕਾ ਬੁੱਕਾ ਹੈ ਇਸ ਪੋਸਟ ਦੇ ਲਈ ਦਿੱਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕੰਪਿਊਟਰ ਸਾਇੰਸ ਟੀਚਰਸ ਦੇ ਲਈ। ਕੰਪਿਊਟਰ ਸਾਇੰਸ ਟੀਚਰਸ ਦੇ ਲਈ ਵੀ ਜੋ ਵੈਕੈਂਸੀਜ਼ ਹਨ ਉਹ ਹਨ ਜੀ 315। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਬੈਚਲਰ ਡਿਗਰੀ ਵਿਦ ਕੰਪਿਊਟਰ ਸਾਇੰਸ ਐਜ਼ ਸਬਜੈਕਟ ਇਨ ਆਲ ਦਾ 3 ਇਅਰਸ ਔਰ ਇਕੁਇਵਲੈਂਟ ਡਿਗਰੀ ਫਰੋਮ ਏ ਰਿਕਗਨਾਈਜ਼ਡ ਹੈ। ਇਸ ਦੇ ਲਈ ਵੀ ਜੋ ਬੈਚਲਰ ਡਿਗਰੀ ਮੰਗੀ ਗਈ ਹੈ ਜਿਸ ਦੇ ਵਿੱਚ 3 ਸਾਲਾਂ ਦੇ ਵਿੱਚ ਜੋ ਕੰਪਿਊਟਰ ਸਾਇੰਸ ਦਾ ਜੋ ਸਬਜੈਕਟ ਹੈ ਉਹ ਲਾਜ਼ਮੀ ਤੌਰ ਤੇ ਹੋਣਾ ਜ਼ਰੂਰੀ ਹੈ। ਏਜ ਲਿਮਿਟ ਉਸੇ ਤਰ੍ਹਾਂ ਹੀ 18 ਤੋਂ 40 ਸਾਲ ਦੀ ਹੋਣੀ ਚਾਹੀਦੀ ਹੈ ਔਰ ਜੋ 5 ਸਾਲਾਂ ਦੀ ਜੋ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਉਹ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ ਦਿੱਤੀ ਗਈ ਹੈ। ਸੈਲਰੀ ਇਸ ਦੇ ਲਈ ਵੀ ਜੋ 35,000 ਹੈ ਉੱਕਾ ਬੁੱਕਾ ਦਿੱਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਜੋ ਇੰਗਲਿਸ਼ ਟੀਚਰਸ ਜੋ ਰਿਕਰੂਟ ਕਰਨੇ ਹਨ ਇਹਨਾਂ ਦੀ ਵੈਕੈਂਸੀਆਂ ਵੀ 315 ਹੀ ਹਨ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਬੈਚਲਰ ਡਿਗਰੀ ਵਿਦ ਇੰਗਲਿਸ਼ ਐਜ਼ ਅ ਸਬਜੈਕਟ ਇਨ ਆਲ ਦਾ 3 ਇਅਰਸ ਵਿਦ BEd ਔਰ ਇਕੁਇਵਲੈਂਟ ਡਿਗਰੀ ਫਰੋਮ ਏ ਰਿਕਗਨਾਈਜ਼ਡ ਯੂਨੀਵਰਸਿਟੀ ਐਂਡ ਪਾਸ ਇਨ ਦਾ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2। ਤਾਂ ਇਸ ਦੇ ਲਈ ਵੀ ਜੋ BA BEd ਮੰਗੀ ਗਈ ਹੈ BA ਦੇ ਵਿੱਚ ਜੋ ਇੰਗਲਿਸ਼ ਹੈ ਉਹ ਲਾਜ਼ਮੀ ਤੌਰ ਤੇ 3 ਸਾਲ ਹੋਣੀ ਚਾਹੀਦੀ ਹੈ ਔਰ ਪ੍ਰਖਿਆਰਥੀ ਨੇ ਕੀ ਹੈ ਕਿ BEd ਲਾਜ਼ਮੀ ਤੌਰ ਤੇ ਕੀਤੀ ਹੋਵੇ ਔਰ ਇਸ ਦੇ ਨਾਲ ਹੀ ਜੋ ਟੀਚਰ ਐਲੀਜੀਬਿਲਿਟੀ ਟੈਸਟ ਹੈ ਉਸ ਦਾ ਪੇਪਰ 2 ਹੈ ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈ। ਏਜ ਲਿਮਿਟ ਉਸੇ ਤਰ੍ਹਾਂ 18 ਤੋਂ 40 ਸਾਲ ਹੈ ਔਰ 5 ਸਾਲਾਂ ਦੀ ਜੋ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਉਹ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਨੂੰ ਦਿੱਤੀ ਗਈ ਹੈ। ਸੈਲਰੀ ਉਸੇ ਤਰ੍ਹਾਂ 35,000 ਰੁਪਏ ਜੋ ਉੱਕਾ ਬੁੱਕਾ ਦਿੱਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਮੈਥ ਟੀਚਰਸ ਦੀ। ਅਗਰ ਇਹਨਾਂ ਦੀ ਗੱਲ ਕਰੀਏ ਤਾਂ ਨੰਬਰ ਆਫ ਵੈਕੈਂਸੀਜ਼ 315 ਹੀ ਹਨ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਬੈਚਲਰ ਡਿਗਰੀ ਵਿਦ ਮੈਥ ਐਜ਼ ਅ ਸਬਜੈਕਟ ਇਨ ਆਲ ਦਾ 3 ਇਅਰਸ with BEd or equivalent degree from a recognized university and pass in the teacher eligibility test paper 2। ਤਾਂ ਇਸ ਦੇ ਲਈ ਵੀ ਜੋ BA BEd ਕੈਂਡੀਡੇਟ ਦਾ ਹੋਣਾ ਲਾਜ਼ਮੀ ਹੈ ਔਰ ਜਿਸ ਦੇ ਵਿੱਚ BA ਦੇ ਵਿੱਚ ਉਸਨੇ 3 ਸਾਲ ਹੀ ਮੈਥ ਦਾ ਵਿਸ਼ਾ ਪੜ੍ਹਿਆ ਹੋਵੇ ਔਰ ਨਾਲ ਹੀ ਜੋ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈ। ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਹੈ ਜੀ 18 ਤੋਂ 40 ਸਾਲ ਔਰ 5 ਸਾਲ ਦੀ ਜੋ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਗਈ ਹੈ ਉਹ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ ਦਿੱਤੀ ਗਈ ਹੈ। ਔਰ ਅਗਰ ਅਸੀਂ ਗੱਲ ਕਰੀਏ ਸੈਲਰੀ ਦੀ ਤਾਂ ਇਸ ਦੇ ਲਈ ਵੀ ਜੋ 35,000 ਰੁਪਏ ਉੱਕਾ ਬੁੱਕਾ ਕੈਂਡੀਡੇਟ ਨੂੰ ਦਿੱਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਜਨਰਲ ਸਾਇੰਸ ਟੀਚਰ ਦੀ। ਅਗਰ ਅਸੀਂ ਜਨਰਲ ਸਾਇੰਸ ਟੀਚਰ ਦੀਆਂ ਵੈਕੈਂਸੀ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਵੈਕੈਂਸੀ ਵੀ ਹਨ 315 ਜੀ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਬੈਚਲਰ ਡਿਗਰੀ ਇਨ ਸਾਇੰਸ ਵਿਦ ਐਨੀ 2 ਆਫ ਦਾ ਫੋਲੋਇੰਗ ਸਬਜੈਕਟ ਬੋਟਨੀ ਜੂਲੋਜੀ ਐਂਡ ਕੈਮਿਸਟਰੀ ਵਿਦ BEd ਔਰ ਇਕੁਇਵਲੈਂਟ ਡਿਗਰੀ ਫਰੋਮ ਏ ਰਿਕਗਨਾਈਜ਼ਡ ਯੂਨੀਵਰਸਿਟੀ ਐਂਡ ਪਾਸ ਇਨ ਦਾ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2। ਤਾਂ ਇਸ ਦੇ ਲਈ ਵੀ ਜੋ BSc BEd ਹੋਣੀ ਚਾਹੀਦੀ ਹੈ ਔਰ BSc ਦੇ ਵਿੱਚ ਕਿਹਾ ਹੈ ਕਿ ਬੋਟਨੀ ਜੂਲੋਜੀ ਔਰ ਕੈਮਿਸਟਰੀ ਦੇ ਵਿੱਚੋਂ ਘੱਟੋ ਘੱਟ 2 ਵਿਸ਼ੇ ਹੋਣੇ ਲਾਜ਼ਮੀ ਹਨ ਔਰ ਇਸ ਦੇ ਨਾਲ ਹੀ ਜੋ ਕੈਂਡੀਡੇਟ ਨੇ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਹੈ ਉਹ ਪਾਸ ਕੀਤਾ ਹੋਵੇ। ਏਜ ਲਿਮਿਟ ਦੀ ਗੱਲ ਕਰੀਏ ਤਾਂ ਏਜ ਲਿਮਿਟ ਇਸ ਦੇ ਲਈ 18 ਤੋਂ 40 ਸਾਲ ਹੈ ਜੀ ਔਰ 5 ਸਾਲਾਂ ਦੀ ਜੋ ਉਮਰ ਦੇ ਵਿੱਚ ਛੋਟ ਦਿੱਤੀ ਗਈ ਹੈ ਉਹ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ ਦਿੱਤੀ ਗਈ ਹੈ। ਸੈਲਰੀ ਇਸ ਦੇ ਲਈ ਵੀ 35,000 ਰੁਪਏ ਉੱਕਾ ਬੁੱਕਾ ਦਿੱਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸੋਸ਼ਲ ਸਟੱਡੀ ਟੀਚਰ ਦੀ। ਤਾਂ ਸੋਸ਼ਲ ਸਟੱਡੀ ਟੀਚਰ ਦੇ ਲਈ ਵੀ ਜੋ ਟੋਟਲ ਵੈਕੈਂਸੀਜ਼ ਹਨ ਉਹ ਹਨ ਜੀ 315। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਬੈਚਲਰ ਡਿਗਰੀ ਵਿਦ ਐਨੀ 2 ਆਫ ਦਾ ਫੋਲੋਇੰਗ ਮੇਨ ਸਬਜੈਕਟ ਐਟ ਗ੍ਰੈਜੂਏਸ਼ਨ ਲੈਵਲ ਹਿਸਟਰੀ ਜੋਗ੍ਰਾਫੀ ਇਕਨੋਮਿਕਸ ਐਂਡ ਪੋਲ ਸਾਇੰਸ ਆਫ ਵਿਚ one must be either history or geography with BEd or equivalent degree from a recognized university and pass in the teacher eligibility test paper 2। ਤਾਂ ਇਸ ਦੇ ਲਈ ਵੀ ਜੋ ਬੈਚਲਰ ਡਿਗਰੀ ਚਾਹੀਦੀ ਹੈ ਜਿਹਦੇ ਵਿੱਚੋਂ ਹਿਸਟਰੀ ਜੋਗ੍ਰਾਫੀ ਇਕਨੋਮਿਕਸ ਐਂਡ ਪੋਲ ਸਾਇੰਸ ਦੇ ਵਿੱਚੋਂ ਘੱਟੋ ਘੱਟ 2 ਵਿਸ਼ੇ ਹੋਣੇ ਚਾਹੀਦੇ ਹਨ ਔਰ ਹਿਸਟਰੀ ਔਰ ਜੋਗ੍ਰਾਫੀ ਦੇ ਵਿੱਚ ਇੱਕ ਵਿਸ਼ਾ ਲਾਜ਼ਮੀ ਤੌਰ ਤੇ ਹੋਣਾ ਜ਼ਰੂਰੀ ਹੈ। BEd ਦੀ ਨਾਲ ਯੋਗਤਾ ਹੋਵੇ ਔਰ ਨਾਲ ਹੀ ਜੋ ਟੀਚਰ ਐਲੀਜੀਬਿਲਿਟੀ ਟੈਸਟ ਪੇਪਰ 2 ਹੈ ਉਹ ਪਾਸ ਕੀਤਾ ਹੋਣਾ ਜ਼ਰੂਰੀ ਹੈ। ਏਜ ਲਿਮਿਟ ਦੀ ਗੱਲ ਕਰੀਏ ਏਜ ਲਿਮਿਟ 18 ਤੋਂ 40 ਸਾਲ ਹੈ ਜਿਹਦੇ ਵਿੱਚ 5 ਸਾਲ ਦੀ ਏਜ ਦੇ ਵਿੱਚ ਛੋੜ ਦਿੱਤੀ ਗਈ ਹੈ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ। ਸੈਲਰੀ ਦੀ ਗੱਲ ਕਰੀਏ ਤਾਂ ਇਸ ਦੇ ਲਈ ਵੀ ਜੋ ਸੈਲਰੀ ਹੈ ਉਹ 35,000 ਰੁਪਏ ਕੈਂਡੀਡੇਟ ਨੂੰ ਉੱਕਾ ਬੁੱਕਾ ਦਿੱਤੀ ਜਾਏਗੀ। ਨੈਕਸਟ ਪੋਸਟ ਹੈ ਜੀ ਲੋਅਰ ਡਿਵੀਜ਼ਨ ਕਲਰਕ ਦੀ। ਇਸ ਦੀਆਂ ਵੀ ਜੋ ਟੋਟਲ ਵੈਕੈਂਸੀਜ਼ ਹਨ ਉਹ ਹਨ ਜੀ 315। ਐਜੂਕੇਸ਼ਨ ਕੁਆਲੀਫਿਕੇਸ਼ਨ 12th ਕਲਾਸ ਪਾਸ ਸਰਟੀਫਿਕੇਟ ਫਰੋਮ ਏ ਰਿਕਗਨਾਈਜ਼ਡ ਬੋਰਡ। ਇਹਦੇ ਵਿੱਚ ਕੈਂਡੀਡੇਟ ਨੇ 12ਵੀਂ ਕਲਾਸ ਦਾ ਜੋ ਪ੍ਰੀਖਿਆ ਉਹ ਪਾਸ ਕੀਤੀ ਹੋਵੇ। ਏਜ ਲਿਮਿਟ ਦੀ ਗੱਲ ਕਰੀਏ 18 ਤੋਂ 40 ਸਾਲ ਦੀ ਏਜ ਹੈ ਜੀ ਜਿਹਦੇ ਵਿੱਚ 5 ਸਾਲ ਦੀ ਉਮਰ ਹੱਦ ਦੇ ਵਿੱਚ ਛੋੜ ਦਿੱਤੀ ਗਈ ਹੈ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ। ਔਰ ਅਗਰ ਅਸੀਂ ਸੈਲਰੀ ਦੀ ਗੱਲ ਕਰੀਏ ਤਾਂ 30,000 ਰੁਪਈਆ ਇਸ ਦੇ ਲਈ ਉੱਕਾ ਬੁੱਕਾ ਜੋ ਹੈ ਅਗਰ ਕੈਂਡੀਡੇਟ ਸਿਲੈਕਟ ਹੁੰਦਾ ਹੈ ਤਾਂ ਉਸ ਨੂੰ ਦਿੱਤਾ
ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਆਫਿਸ ਅਟੈਂਡੈਂਟ ਦੀ। ਆਫਿਸ ਅਟੈਂਡੈਂਟ ਦੀਆਂ ਵੀ ਜੋ ਟੋਟਲ ਵੈਕੈਂਸੀਜ਼ ਹਨ ਉਹ ਹਨ ਜੀ 315। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ 10th ਕਲਾਸ ਪਾਸ ਸਰਟੀਫਿਕੇਟ ਫਰੋਮ ਏ ਰਿਕੋਗਨਾਈਜ਼ਡ ਬੋਰਡ, ਤਾਂ ਇਸ ਦੇ ਲਈ ਕੈਂਡੀਡੇਟ ਨੇ ਜੋ 10ਵੀਂ ਕਲਾਸ ਦੀ ਜੋ ਪ੍ਰੀਖਿਆ ਉਹ ਪਾਸ ਕੀਤੀ ਹੋਵੇ। ਏਜ ਲਿਮਿਟ ਦੀ ਗੱਲ ਕਰੀਏ ਤਾਂ ਇਸ ਦੇ ਲਈ ਏਜ ਲਿਮਿਟ ਹੈ ਜੀ 18 ਤੋਂ 40 ਸਾਲ, ਜਿਹਦੇ ਵਿੱਚ 5 ਸਾਲ ਦੀ ਉਮਰ ਹੱਦ ਦੇ ਵਿੱਚ ਛੋੜ ਦਿੱਤੀ ਗਈ ਹੈ SC ST OBC ਔਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟਸ ਦੇ ਲਈ। ਸੈਲਰੀ ਦੀ ਗੱਲ ਕਰੀਏ ਤਾਂ ਇਸ ਦੇ ਲਈ ਉੱਕਾ ਪੁੱਕਾ ਜੋ 20,000 ਰੁਪਏ ਉਹ ਅਗਰ ਕੈਂਡੀਡੇਟ ਸਿਲੈਕਟ ਹੁੰਦਾ ਹੈ ਤਾਂ ਉਸ ਨੂੰ ਦਿੱਤਾ ਜਾਏਗਾ। ਸਭ ਤੋਂ ਇੰਪੋਰਟੈਂਟ ਪਾਰਟ ਹੈ ਜੀ ਸਬਮਿਸ਼ਨ ਆਫ ਐਪਲੀਕੇਸ਼ਨਸ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਜੋ ਐਪਲੀਕੇਸ਼ਨ ਨੂੰ ਸਬਮਿਟ ਕਰਨਾ ਹੈ। ਤਾਂ ਇਸ ਦੇ ਸਪਸ਼ਟ ਲਿਖਿਆ ਹੈ all the candidates should apply through online only from official website www.tsvc.in ਕਿ ਸਾਰੇ ਹੀ ਕੈਂਡੀਡੇਟਸ ਨੇ ਆਨਲਾਈਨ ਮਾਧਿਅਮ ਦੇ ਰਾਹੀਂ ਜੋ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ tsvc.in ਇਸ ਦੇ ਰਾਹੀਂ ਅਪਲਾਈ ਕਰਨਾ ਹੈ। no application in physical format shall be entertained at head office, ਕੋਈ ਵੀ ਜੋ ਐਪਲੀਕੇਸ਼ਨ ਆ ਉਹ ਫਿਜ਼ੀਕਲ ਤੌਰ ਤੇ ਨਹੀਂ ਲਈ ਜਾਏਗੀ। ਹਾਊ ਟੂ ਅਪਲਾਈ ਗਾਈਡਲਾਈਨਸ ਫॉर ਫਿਲਿੰਗ ਆਨਲਾਈਨ ਐਪਲੀਕੇਸ਼ਨ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ, ਤਾਂ ਉਹ ਅਸੀਂ ਡਿਸਕਸ ਕਰਾਂਗੇ। ਕੈਂਡੀਡੇਟ ਸ਼ੁੱਡ ਹੈਵ ਵੈਲਿਡ ਈਮੇਲ ਆਈਡੀ ਐਂਡ ਮੋਬਾਈਲ ਨੰਬਰ, ਦਿਸ ਵਿਲ ਹੈਲਪ ਹਿਮ ਹਰ ਇਨ ਗੈਟਿੰਗ ਇਨਫੋਰਮੇਸ਼ਨ ਰਿਗਾਰਡਿੰਗ ਕਾਲ ਲੈਟਰ ਇੰਟਰਵਿਊ ਐਕਨੋਲਜਮੈਂਟ ਬਾਈ ਈਮੇਲ ਐਂਡ SMS। ਕਿ ਕੈਂਡੀਡੇਟ ਕੋਲ ਆਪਣਾ ਇੱਕ ਵੈਲਿਡ ਈਮੇਲ ਆਈਡੀ ਔਰ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ, ਕਿਉਂਕਿ ਜੋ ਵੀ ਤੁਹਾਨੂੰ ਕਾਲ ਲੈਟਰ ਆਏਗਾ ਇੰਟਰਵਿਊ ਦੇ ਲਈ ਜਾਂ ਐਕਨੋਲਜਮੈਂਟ ਆਏਗੀ ਉਹ ਈਮੇਲ ਰਾਹੀਂ ਜਾਂ SMS ਰਾਹੀਂ ਹੀ ਭੇਜੀ ਜਾਏਗੀ। ਨੈਕਸਟ ਹੈ ਜੀ ਕੈਂਡੀਡੇਟ ਸ਼ੁੱਡ ਸਕੈਨ ਹਿਜ਼ ਹਰ ਫੋਟੋਗ੍ਰਾਫ ਇਨ JPG ਫਾਰਮੈਟ, ਦਾ ਡਿਜੀਟਲ ਸਾਈਜ਼ ਆਫ ਦਾ ਫਾਈਲ ਸ਼ੁੱਡ ਬੀ ਲੈਸ ਦੈਨ 200 KB। ਕਿ ਕੈਂਡੀਡੇਟ ਨੇ ਜੋ ਆਪਣੀ ਫੋਟੋ ਸਕੈਨ ਕਰਨੀ ਹੈ ਉਸ ਦਾ ਸਾਈਜ਼ 200 KB ਤੋਂ ਘੱਟ ਹੋਣਾ ਚਾਹੀਦਾ ਹੈ। ਕੈਂਡੀਡੇਟਸ ਆਰ ਐਡਵਾਈਜ਼ਡ ਟੂ ਫਿਲ ਦਾ ਐਪਲੀਕੇਸ਼ਨ ਕੇਅਰਫੁਲੀ, ਕੈਂਡੀਡੇਟਸ ਨੂੰ ਕਿਹਾ ਗਿਆ ਕਿ ਧਿਆਨ ਦੇ ਨਾਲ ਬਿਲਕੁਲ ਜਿਹੜੀ ਐਪਲੀਕੇਸ਼ਨ ਫਿਲ ਕਰੇ। ਦੇ ਆਰ ਆਲਸੋ ਰਿਕੁਐਸਟਡ ਟੂ ਗੋ ਥਰੂ ਦਾ ਫਿਲਡ ਫਾਰਮ ਬਿਫੋਰ ਕਨਫਰਮਿੰਗ ਟੂ ਇੰਸ਼ੋਰ that all the information provided in the form is correct. The information given by the candidate will be treated as final upon successful filling up of form. Candidate should note that a reference number displayed on the screen. Candidates can reopen the same data using the reference number for viewing and printing purposes। ਤਾਂ ਇਹਦੇ ਸਪਸ਼ਟ ਗਿਆ ਕਿ ਕੈਂਡੀਡੇਟ ਨੇ ਆਪਣਾ ਜੋ ਐਪਲੀਕੇਸ਼ਨ ਫਾਰਮ ਹੈ ਬਿਲਕੁਲ ਧਿਆਨ ਦੇ ਨਾਲ ਭਰਨਾ ਹੈ ਔਰ ਜੋ ਉਸਨੂੰ ਇੱਕ ਨੰਬਰ ਆਏਗਾ, ਰੈਫਰੈਂਸ ਨੰਬਰ ਆਏਗਾ, ਉਸਨੂੰ ਨੋਟ ਕਰ ਲੈਣਾ ਹੈ ਔਰ ਇਸੇ ਰੈਫਰੈਂਸ ਨੰਬਰ ਦੀ ਮਦਦ ਦੇ ਨਾਲ ਉਹ ਆਪਣੀ ਐਪਲੀਕੇਸ਼ਨ ਨੂੰ ਦੇਖ ਸਕਦਾ ਹੈ ਔਰ ਉਸ ਦਾ ਪ੍ਰਿੰਟ ਵੀ ਲੈ ਸਕਦਾ ਹੈ। While applying for online, the application should ensure that he/she fulfills the eligibility and other norms mentioned above and that the particulars furnished by him/her are correct in all respect। ਕਹਿੰਦੇ ਕੈਂਡੀਡੇਟ ਨੂੰ ਅਪਲਾਈ ਕਰਨ ਲੱਗਿਆ ਇਹ ਇੰਸ਼ੋਰ ਕਰ ਲੈਣਾ ਹੈ ਕਿ ਉਹ ਐਲੀਜੀਬਿਲਿਟੀ ਪੂਰੀ ਕਰਦਾ ਹੈ ਔਰ ਇਸ ਦੇ ਨਾਲ ਹੀ ਜੋ ਉਸਨੇ ਜਾਣਕਾਰੀ ਦਿੱਤੀ ਹੈ ਉਹ ਬਿਲਕੁਲ ਸਹੀ ਹੋਣੀ ਜ਼ਰੂਰੀ ਹੈ। In case it is detected at any stage of recruitment that a candidate does not fulfill the eligibility norms or that he/she has furnished an incorrect, false information or has surpassed any material facts, his/her candidature will stand cancelled। If any of these shortcomings are detected even after the appointment, his/her services are likely to be terminated। ਇਸ ਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਕੈਂਡੀਡੇਟਸ ਨੇ ਜੋ ਵੀ ਜਾਣਕਾਰੀ ਦੇਣੀ ਹੈ ਉਹ ਬਿਲਕੁਲ ਸਹੀ ਦੇਣੀ ਹੈ ਔਰ ਅਗਰ ਕਿਸੇ ਵੀ ਸਟੇਜ 'ਤੇ ਇਹ ਪਾਇਆ ਜਾਂਦਾ ਹੈ ਕਿ ਕੈਂਡੀਡੇਟ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਗਲਤ ਹੈ ਤਾਂ ਜੋ ਉਸ ਦੀ ਪਾਤਰਤਾ ਹੈ ਉਹ ਕਿਸੇ ਵੀ ਸਮੇਂ ਜਿਹੜੀ ਹੈ ਉਹ ਰੱਦ ਕੀਤੀ ਜਾ ਸਕਦੀ ਹੈ। ਤਾਂ ਜਨਰਲ ਟਰਮਸ ਐਂਡ ਕੰਡੀਸ਼ਨਸ, ਕੁਛ ਕੰਡੀਸ਼ਨਸ ਦਿੱਤੀਆਂ ਗਈਆਂ ਹਨ, ਉਸ ਨੂੰ ਅਸੀਂ ਧਿਆਨਪੂਰਵਕ ਪੜ੍ਹ ਲੈਣਾ ਹੈ। The eligibility of candidate shall be determined as on the last date of submission of the application form। ਕਿ ਕਿਸੇ ਵੀ ਕੈਂਡੀਡੇਟ ਦੀ ਜੋ ਐਲੀਜੀਬਿਲਿਟੀ ਹੈ ਉਹ ਲਾਸਟ ਜੋ ਡੇਟ ਸਾਨੂੰ ਪ੍ਰੋਵਾਈਡ ਕੀਤੀ ਗਈ ਹੈ ਐਪਲੀਕੇਸ਼ਨ ਦੀ ਉਦੋਂ ਤੱਕ ਹੀ ਮੰਨੀ ਜਾਏਗੀ। The MBOT reserves the right to fill all posts or may not fill any post and its decision in this regard shall be final। MBOT ਮਹਾਰਿਸ਼ੀ ਵੇਦ ਵਿਆਸ ਆਊਟਸੋਰਸਿੰਗ ਜੋ ਟੀਚਰ ਰਿਕਰੂਟਮੈਂਟ ਏਜੰਸੀ ਹੈ ਉਸ ਦੇ ਕੋਲ ਸਾਰੇ ਅਧਿਕਾਰ ਰਾਖਵੇਂ ਹਨ ਕਿ ਉਹ ਇਹਨਾਂ ਪੋਸਟਾਂ ਨੂੰ ਭਰੇ ਜਾਂ ਨਾ ਭਰੇ। The MBOT reserves the right to withdraw advertised post at any time without giving any reason। MBOT ਕਿਸੇ ਵੀ ਸਮੇਂ ਇਹਨਾਂ ਪੋਸਟਾਂ ਨੂੰ ਕੈਂਸਲ ਕਰ ਸਕਦੀ ਹੈ ਬਿਨਾਂ ਕੋਈ ਕਾਰਨ ਦੱਸੇ। In case of any inadvertent mistake in the process of selection which may be detected at any stage even after the issue of appointment letter, the MBOT reserves the right to modify, withdraw, cancel any communication made to the candidate। ਕਿਸੇ ਵੀ ਸਮੇਂ ਅਗਰ MBOT ਨੂੰ ਲੱਗਦਾ ਹੈ ਕਿ ਕੋਈ ਵੀ ਜਾਣਕਾਰੀ ਜਿਹੜੀ ਗਲਤ ਦਿੱਤੀ ਗਈ ਕੈਂਡੀਡੇਟਸ ਨੂੰ ਤਾਂ ਉਸ ਦੁਆਰਾ ਜੋ ਜਾਣਕਾਰੀ ਕੈਂਡੀਡੇਟਸ ਨੂੰ ਦਿੱਤੀ ਗਈ ਹੈ ਜਾਂ ਕਮਿਊਨੀਕੇਸ਼ਨ ਕੀਤਾ ਗਿਆ ਉਸ ਨੂੰ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ। The prescribed qualification are the minimum and mere possession and fulfillment of the essential and desirable qualification for a post does not entitle the candidate to be called for written skill test as may be decided by the MBOT। ਤਾਂ ਸਿਰਫ ਕੁਆਲੀਫਿਕੇਸ਼ਨ ਪੂਰੀ ਕਰਨ ਨਾਲ ਹੀ ਜੋ ਕੈਂਡੀਡੇਟ ਹੈ ਉਹਨਾਂ ਪੋਸਟਾਂ ਦੇ ਲਈ ਯੋਗ ਨਹੀਂ ਹੋ ਜਾਂਦਾ। ਤਾਂ
Next is mere payment of fees is not sufficient to submit the application form. After successful completion of online payment of fee, every candidate has to completely fill the online application without fail. ਕਹਿੰਦੇ ਸਿਰਫ ਫੀਸ ਭਰਨ ਦੇ ਨਾਲ ਹੀ ਕੋਈ ਕੈਂਡੀਡੇਟ ਹੈ ਜਿਹਦੀ ਉਸਦੀ ਪਾਤਰਤਾ ਨਹੀਂ ਬਣ ਜਾਂਦੀ, ਉਸਨੂੰ ਸਾਰਾ ਐਪਲੀਕੇਸ਼ਨ ਫਾਰਮ ਉਸਨੇ ਧਿਆਨ ਨਾਲ ਭਰਨਾ ਹੈ। ਵੂਮੈਨ ਫੈਕਲਟੀ ਮੇ ਬੀ ਕੰਸੀਡਰਡ ਇਨ ਗਰਲਜ਼ ਐਂਡ ਬॉयਜ਼ ਇੰਸਟੀਟਿਊਸ਼ਨਸ। ਵੂਮੈਨ ਜੋ ਫੈਕਲਟੀ ਹੈ ਉਸਨੂੰ ਗਰਲਜ਼ ਜੋ ਸਕੂਲਸ ਨੇ ਉਹਨਾਂ ਦੇ ਵਿੱਚ, ਔਰ ਬॉयਜ਼ ਇੰਸਟੀਚਿਊਟ ਦੇ ਬॉयਜ਼ ਨੂੰ ਬॉयਜ਼ ਇੰਸਟੀਚਿਊਟ ਦੇ ਵਿੱਚ ਲਗਾਇਆ ਜਾਏਗਾ। ਮੈਨ ਫੈਕਲਟੀ ਸ਼ੈਲ ਬੀ ਕੰਸੀਡਰਡ ਇਨ ਬॉयਜ਼ ਸਕੂਲਸ ਓਨਲੀ। ਮੈਨ ਫੈਕਲਟੀ ਨੂੰ ਸਿਰਫ ਜੋ ਬॉयਜ਼ ਸਕੂਲ ਹਨ ਉੱਥੇ ਲਗਾਇਆ ਜਾਏਗਾ। Canvassing at any form or any source will be disqualify the candidature of the candidate applicant। ਅਗਰ ਕਿਸੇ ਵੀ ਤਰ੍ਹਾਂ ਨਾਲ ਕੋਈ ਸਿਫਾਰਿਸ਼ ਲਗਾਈ ਜਾਂਦੀ ਹੈ ਤਾਂ ਉਸ ਦੇ ਨਾਲ ਵੀ ਜੋ ਕੈਂਡੀਡੇਟ ਦੀ ਜੋ ਪਾਤਰਤਾ ਉਸ ਨੂੰ ਰੱਦ ਕੀਤਾ ਜਾਏਗਾ। ਇਨ ਐਨੀ ਕੇਸ ਆਫ ਡਿਸਪਿਊਟ ਐਂਬੀਗੁਇਟੀ ਦੈਟ ਮੇ ਅਕਰ ਇਨ ਦਾ ਪ੍ਰੋਸੈਸ ਆਫ ਸਿਲੈਕਸ਼ਨ ਦਾ ਡਿਸੀਜਨ ਆਫ ਦਾ ਐਂਬੀਓਟੀ ਸ਼ੈਲ ਬੀ ਫਾਈਨਲ। ਕਿਸੇ ਵੀ ਕੇਸ ਦੇ ਵਿੱਚ ਜਾਂ ਡਿਸਪਿਊਟ ਦੇ ਵਿੱਚ ਐਂਬੀਓਟੀ ਦਾ ਜੋ ਫੈਸਲਾ ਹੈ ਉਹ ਫਾਈਨਲ ਹੋਏਗਾ। In case the candidate belong to SC, ST, OBC, EWS, she will submit a certificate to that effect from the prescribed authority concerned। ਅਗਰ ਕੋਈ ਕੈਂਡੀਡੇਟ SC, ST, OBC ਜਾਂ EWS ਦਾ ਫਾਇਦਾ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਸੰਬੰਧੀ ਜੋ ਸਰਟੀਫਿਕੇਟ ਆ ਉਹ ਆਪਣਾ ਪੇਸ਼ ਕਰਨਾ ਲਾਜ਼ਮੀ ਹੋਏਗਾ। The candidate is advised to satisfy themselves before applying that the possess minimal essential qualification laid down in the advertisement and should verify the information submitted in the application form request for any subsequent change will not be entertained। ਕਹਿੰਦੇ ਕੈਂਡੀਡੇਟ ਨੂੰ ਆਪਣਾ ਫਾਰਮ ਭਰਦੇ ਹੋਏ ਬਿਲਕੁਲ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਉਸਨੇ ਸਾਰੀ ਜਾਣਕਾਰੀ ਸਹੀ ਭਰੀ ਹੈ, ਔਰ ਕਿਸੇ ਵੀ ਸਟੇਜ ਦੇ ਉੱਤੇ ਅਗਰ ਫਾਰਮ ਇੱਕ ਵਾਰ ਸਬਮਿਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਫਾਰਮ ਦੇ ਵਿੱਚ ਕੋਈ ਵੀ ਜਿਹੜੀ ਹੈ ਚੇਂਜ ਉਹ ਨਹੀਂ ਕਰ ਪਾਏਗਾ। ਤਾਂ ਦੋਸਤੋ ਸਾਰਿਆਂ ਨੂੰ ਬੈਸਟ ਆਫ ਲੱਕ। ਤੁਸੀਂ ਜਲਦ ਤੋਂ ਜਲਦ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ, ਔਰ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।